जी आए ਨੂੰ ਪਿਆਰੇ ਵਿਦਿਆਰਥੀਓ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਰੇਨਬੋ ਆਫ ਇੰਗਲਿਸ਼ ਉਸਦਾ ਸੈਕਸ਼ਨ ਸੀ ਲੈਸਨ ਨੰਬਰ 4 ਜਿਸ ਦਾ ਸਿਰਲੇਖ ਹੈ ਦੀ 골ਡ ਫਰੇਮ ਉਸਦੇ ਕੁਐਸਚਨ ਆਨਸਰਸ ਦਾ ਸੈਕਸ਼ਨ ਨੰਬਰ 1 ਜਿਹੜਾ ਕਿ ਸ਼ਾਰਟ ਆਨਸਰ ਟਾਈਪ ਕੁਐਸਚਨਸ ਹੈ ਉਹ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਐਕਸਪਲੇਨੇਸ਼ਨ ਨੂੰ ਟ੍ਰਾਂਸਲੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਨੋਟਬੁੱਕ ਅਤੇ ਪੈਨ ਲੈ ਕੇ ਸਾਰੇ ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ। पर मगरों दी इन्हां सारे आंसरस नूं घट तो घट एक बारी बिना देखे आप लिखण दा अभ्यास जरूर करो जी। सो शुरू करिए। आंसर दी फॉलोइंग इन 10 to 15 वर्ड्स ईच। ठीक है, सो बड़ा सौखा है। पहले तो वेयर वाज दी मॉडर्न फ्रेमवर्क्स, ए दुकान का नाम सी ओहदा, दी मॉडर्न फ्रेमवर्क्स सिचुएटेड है कित्थे सीगी। सो दी मॉडर्न फ्रेमवर्क्स वाज सिचुएटेड इन अ गैप। गैप मैंने होंदा खाली थां बिटवीन अ ड्रग स्टोर, एक पासे ਉਹਦੇ ਦਵਾਈਆਂ ਦਾ ਸਟੋਰ ਸੀਗਾ ਐਂਡ ਆ ਰੇਡੀਓ ਰਿਪੇਅਰ ਸ਼ਾਪ ਜਿੱਥੇ ਰੇਡੀਓ ਦੀ ਰਿਪੇਅਰ ਹੁੰਦੀ ਸੀਗੀ, ਰੇਡੀਓ ਦੀ ਮੁਰੰਮਤ ਦੀ ਹੱਟੀ ਸੀ। ਇੱਕ ਪਾਸੇ ਖੱਬੇ ਪਾਸੇ ਕਹ ਲਓ, ਇੱਕ ਪਾਸੇ ਰੇਡੀਓ ਦੀ ਮੁਰੰਮਤ ਦੀ ਹੱਟੀ ਤੇ ਦੂਜੇ ਪਾਸੇ ਦਵਾਈਆਂ ਦਾ ਸਟੋਰ ਸੀਗਾ ਤੇ ਉਹਦੇ ਵਿੱਚ ਜਿਹੜਾ ਖਾਲੀ ਥਾਂ ਸੀ ਉਹਦੇ ਵਿੱਚ ਹੈ ਦੀ ਮਾਡਰਨ ਫਰੇਮਵਰਕਸ ਵਾਜ਼ ਸਿਚੁਏਟਡ। ਹੂ ਵਾਜ਼ ਦੀ ਓਨਰ ਆਫ ਦੀ ਮਾਡਰਨ ਫਰੇਮਵਰਕਸ? ਮਿਸਟਰ ਦੱਤਾ ਵਾਜ਼ ਦੀ ਓਨਰ ਆਫ ਦੀ ਮਾਡਰਨ ਫਰੇਮਵਰਕਸ। ਇਹਦੇ ਸੌਖਾ ਜਿਹੀ ਹੈ। What were the walls of this shop covered with? ਇਹ ਜਿਹੜੀ ਹੱਟੀ ਸੀਗੀ ਦੀ ਮਾਡਰਨ ਫਰੇਮਵਰਕਸ, ਇਹਦੀਆਂ ਕੰਧਾਂ ਕਿਹਦੇ ਨਾਲ ਢੱਕੀਆਂ ਹੋਈਆਂ ਸਨ? ਸੋ ਜਵਾਬ ਹੈ ਦੀ ਵਾਲਸ ਆਫ ਦਿਸ ਸ਼ਾਪ ਵਰ ਕਵਰਡ ਵਿਦ ਅ ਵੈਰਾਈਟੀ ਆਫ ਪਿਕਚਰਸ। ਇਹਦੀਆਂ ਕੰਧਾਂ ਜਿਹੜੀਆਂ ਸੀਗੀਆਂ ਭਾਂਤ ਭਾਂਤ ਦੀਆਂ ਤਸਵੀਰਾਂ ਨਾਲ ਢੱਕੀਆਂ ਹੋਈਆਂ ਸਨ। ਸੋ ਕਿਹੜੀਆਂ ਕਿਹੜੀਆਂ ਸੀ ਤੁਸੀਂ ਦਾ ਉਦਾਹਰਨ ਵਿੱਚੋਂ ਥੋੜੇ ਦੇ ਸਕਦੇ ਹੋ। ਦੇਅਰ ਵਰ ਪਿਕਚਰਸ ਆਫ ਗੋਡਸ ਅਰਥਾਤ ਦੇਵੀ ਦੇਵਤੇ, ਸੇਂਟਸ ਸੰਤ ਮਹਾਤਮਾ, ਹਾਕੀ ਪਲੇਅਰਸ ਹਾਕੀ ਦੇ ਖਿਡਾਰੀ, ਚਿਲਡਰਨ ਬੱਚੇ, ਨੈਸ਼ਨਲ ਲੀਡਰਸ ਦੇਸ਼ ਦੇ ਆਗੂ ਐਂਡ ਵੈਡਿੰਗ ਕਪਲਸ ਮੈਨੇ ਵਿਆਹੇ ਜੋੜੇ, ਮਤਲਬ ਲਾੜਾ ਲਾੜੀ ਦੇ ਜਿਹੜੇ ਹੁੰਦਾ ਤਾਜ਼ਾ ਵਿਆਹ ਹੋਇਆ ਤੇ ਉਹਨਾਂ ਦਾ ਜਿਹੜੀਆਂ ਫੋਟੋਆਂ ਸੀਗੀਆਂ। ਫਿਰ ਹੋਰ ਸੀ ਦੀ ਵਾਲਸ ਈਵਨ ਹੈਡ ਪਿਕਚਰਸ ਆਫ ਉਰਦੂ ਕੈਲੀਗ੍ਰਾਫੀ ਹੁੰਦੀ ਵਿੱਚ ਸੁਲੇਖਕਾਰੀ ਅਰਥਾਤ ਡਿਜ਼ਾਈਨ ਪਾ ਕੇ ਲਿਖਤ ਲਿਖਣੀ, ਸਜਾ ਕੇ ਲਿਖਣਾ, ਉਹਨੂੰ ਕਿਹਾ ਜਾਂਦਾ ਕੈਲੀਗ੍ਰਾਫੀ। ਅਰਥਾਤ ਉਰਦੂ ਦੇ ਵਿੱਚ ਸੋਹਣੀ ਡਿਜ਼ਾਈਨਦਾਰ ਲਿਖਤਾਂ ਸੀਗੀਆਂ, ਉਹਦੀਆਂ ਤਸਵੀਰਾਂ ਸੀ। ਦੀ ਸਨੋ ਕਲੈਡ ਮੈਨੇ ਬਰਫ਼ ਵਿੱਚ ਢੱਕਿਆ ਹੋਇਆ ਫੁਜੀਯਾਮਾ। ਹੁਣ ਫੁਜੀਯਾਮਾ ਕੀ ਹੈ ਬੱਚੇ? ਫੁਜੀਯਾਮਾ ਜਾਪਾਨ ਦਾ ਇੱਕ ਪੁਰਾਣਾ ਬੜਾ ਵੋਲਕੈਨੋ ਹੈ, ਜਵਾਲਾਮੁਖੀ ਹੈ, ਜੋ ਇਸ ਵੇਲੇ ਹੁਣ ਐਕਟਿਵ ਨਹੀਂ ਹੈਗਾ, ਸੁੱਤਾ ਪਿਆ ਅਰਥਾਤ ਖਤਮ ਹੋ ਗਿਆ। ਇਹਦੇ ਵਿੱਚੋਂ ਲਾਵਾ ਨਹੀਂ ਨਿਕਲਦਾ ਤੇ ਆਖਰੀ ਵਾਰ ਨਿਕਲਿਆ ਸੀ 1707 ਦੇ ਵਿੱਚ। ਤੇ ਇਹਦੀ ਜਿਹੜੀ ਚੋਟੀ ਹੈਗੀ ਏ ਉਹ ਜਾਪਾਨ ਦੀ ਸਭ ਤੋਂ ਉੱਚੀ ਚੋਟੀਆਂ ਵਿੱਚੋਂ ਹੈ ਤੇ ਇਸ ਕਰਕੇ ਠਿਆਲ 'ਚ ਤੇ ਬਰਫ਼ ਪੈ ਜਾਂਦੀ। ਸੋ ਸਨੋ ਕਲੈਡ ਫੁਜੀਯਾਮਾ ਉਹਦੀ ਜਾਪਾਨ ਦੀ ਸਭ ਤੋਂ ਉੱਚੀ ਚੋਟੀ ਫੁਜੀਯਾਮਾ ਹੈ ਜੋ ਇੱਕ ਵੇਲੇ ਜਵਾਲਾਮੁਖੀ ਸੀ। ਉਹਦੀ ਫੋਟੋ ਵੀ ਸੀ ਉੱਥੇ। ਤੇ ਚੀਪ ਪ੍ਰਿੰਟਸ ਆਫ ਦੀ ਮੋਨਾਲੀਸਾ ਇੱਕ ਬੜੀ ਮਸ਼ਹੂਰ ਇੱਕ ਮੰਨੀ ਜਾਂਦੀ ਹੈ, ਬੜੇ ਮਸ਼ਹੂਰ ਚਿੱਤਰਕਾਰ ਨੇ ਤਸਵੀਰ ਬਣਾਈ ਸੀਗੀ। ਸੋ ਉਹਦੀਆਂ ਜਿਹੜੀਆਂ ਚੀਪ ਪ੍ਰਿੰਟਸ ਮਤਲਬ ਕਿ ਉਹਦੀ ਸਸਤੀ ਕਾਪੀਆਂ ਜਿਹੜੀਆਂ ਉਹਦੀਆਂ ਫੋਟੋਆਂ ਵੀ ਕੰਧਾਂ 'ਤੇ ਲੱਗੀਆਂ ਹੋਈਆਂ ਸਨ। ਠੀਕ ਹੈ, ਸੋ ਇਹ ਤੁਸੀਂ ਥੋੜ੍ਹੇ ਯਾਦ ਕਰ ਲੈਣੇ ਨੇ ਤੇ ਇੱਦਾਂ ਲਿਖਣਾ ਜੇ ਜਵਾਬ ਸਵਾਲ ਹੋਵੇ ਤੇ। ਵਟ ਡਿਡ ਦੀ ਕਸਟਮਰ ਵਾਂਟ? ਜਿਹੜਾ ਗਾਹਕ ਉਹਦੇ ਕੋਲ ਆਇਆ ਸੀਗਾ ਉਹਦੀ ਕੀ ਲੋੜ ਸੀ, ਉਹ ਕੀ ਚਾਹੁੰਦਾ ਸੀ? ਸੋ ਜਵਾਬ ਹੈ ਦੀ ਕਸਟਮਰ ਵਾਂਟਿਡ ਟੂ ਗੈਟ ਅ ਪਿਕਚਰ ਆਫ ਹਿਸ ਗ੍ਰੈਂਡਫਾਦਰ ਫਰੇਮਡ। ਜਿਹੜਾ ਕਸਟਮਰ ਸੀ ਉਹ ਆਪਣੇ ਦਾਦੇ ਦੀ ਫੋਟੋ ਨੂੰ ਫਰੇਮ ਦੇ ਵਿੱਚ ਜੜਾਉਣਾ ਚਾਹੁੰਦਾ ਸੀ। ਕੁਐਸਚਨ ਨੰਬਰ 5, ਵਟ ਟਾਈਪਸ ਆਫ ਫਰੇਮਸ ਡਿਡ ਦੱਤਾ ਸ਼ੋ ਟੂ ਦੀ ਕਸਟਮਰ? ਅਰਥਾਤ ਦੱਤਾ ਨੇ, ਜੋ ਕਿ ਦੀ ਮਾਡਰਨ ਫਰੇਮਵਰਕਸ ਦਾ ਜੋ ਮਾਲਿਕ ਸੀਗਾ ਦੁਕਾਨ ਦਾ, ਉਹਨੇ ਕਿਸ ਕਿਸਮ ਦੇ ਫਰੇਮ ਗਾਹਕ ਨੂੰ ਦਿਖਾਏ? ਸੋ ਦੇਖੋ ਇੱਥੇ ਡਿਡ ਹੈਗਾ, ਸੋ ਇੱਥੇ ਸ਼ੋ ਫਸਟ ਫਾਰਮ ਹੈਗੀ ਹੈ ਡਿਡ ਦੇ ਨਾਲ। ਤਾਂ ਜਦੋਂ ਅਸੀਂ ਜਵਾਬ ਦੇਵਾਂਗੇ ਸ਼ੋ ਦਾ ਬਣ ਜਾਏਗਾ ਸ਼ੋਡ ਪਾਸਟ ਟੈਂਸ ਵਿੱਚ, ਕਿਉਂਕਿ ਡਿਡ ਹੈਗਾ ਇੱਥੇ। ਸੋ ਦੱਤਾ ਸ਼ੋਡ ਇਨ ਪਲੇਨ ਮੈਨੇ ਬਿਲਕੁਲ ਬਿਨਾਂ ਕਿਸੇ ਡਿਜ਼ਾਈਨ ਤੋਂ, ਜਿੱਦਾਂ ਸਧਾਰਨ ਜਿਹਾ ਪਲੇਨ। ਡੈਕੋਰੇਟਿਵ ਮੈਨੇ ਸਜਾਵਟ ਵਾਲੇ ਸਜਾਵਟੀ। ਫਲੋਰਲ ਮੈਨੇ ਫੁੱਲਾਂ ਵਾਲੇ, ਫਲਾਵਰ ਮੈਨੇ ਹੁੰਦਾ ਫੁੱਲ ਤੇ ਫਲੋਰਲ ਮੈਨੇ ਫੁੱਲਾਂ ਵਾਲਾ, ਉਹਦਾ ਐਡਜੈਕਟਿਵ ਹੋ ਗਿਆ। ਵੁਡਨ ਲੱਕੜ ਦੇ। ਜਿਓਮੈਟਰੀਕਲ ਜਿਹੜੀਆਂ ਰੇਖਾ ਗਣਿਤ ਦੀਆਂ ਵੱਖ ਵੱਖ ਆਕਾਰ ਹੁੰਦੇ ਨੇ, ਤਿਕੋਣਾ ਹੋ ਗਿਆ, षटकोण ਹੋ ਗਿਆ, ਹੈ ਨਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ 6 ਭੁਜੀ, 8 ਭੁਜੀ, ਤਿਕੋਣ, ਚਕੋਰ, ਜਾਂ ਮਤਲਬ ਕਿ ਅਲੱਗ-ਅਲੱਗ ਜਿਹੜੀਆਂ ਅਸੀਂ ਪੜ੍ਹੀਆਂ ਕਿਤਾਬਾਂ ਵਿੱਚ ਆਪਣੀ 7ਵੀਂ 8ਵੀਂ 'ਚ ਜਿਓਮੈਟਰੀ ਪੜ੍ਹੀ ਰੇਖਾ ਗਣਿਤ, ਉਹਦੀਆਂ ਸ਼ੇਪ। ਥਿਨ ਪਤਲੇ, ਹੈਵੀ ਭਾਰਾ। ਲੈਕਰ, ਹੁਣ ਲੈਕਰ ਕੀ ਹੁੰਦਾ ਬੱਚੋ? ਲੈਕਰ ਹੁੰਦਾ ਇੱਕ ਰੇਜ਼ਿਨ ਹੁੰਦੀ ਹੈ, ਗੂੰਦ ਹੁੰਦੀ ਇੱਕ ਕਿਸਮ ਦੀ, ਜਿਹੜੀ ਇੱਕ ਕਿਸੇ ਖਾਸ ਕਿਸਮ ਦੇ ਰੁੱਖਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਤੇ ਉਧਰੋਂ ਵਾਰਨਿਸ਼ ਬਣਾਇਆ ਜਾਂਦਾ। ਜਿਹੜਾ ਅਸੀਂ ਲੱਕੜ ਤੇ ਅਸੀਂ ਕਹਿੰਦੇ ਵਾਰਨਿਸ਼ ਕਰਨਾ, ਦਰਵਾਜ਼ਾ ਵਾਰਨਿਸ਼ ਕੀਤਾ ਹੋਇਆ, ਪਾਲਿਸ਼ ਕੀਤਾ ਹੋਇਆ,
ਉਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਲੈਕਰ। ਸੋ ਜਿਹੜਾ ਵਾਰਨਿਸ਼ ਹੈਗਾ ਇਹ ਲੈਕਰ ਉਸ ਗੂੰਦ ਤੋਂ ਬਣਦਾ ਹੈ। ਸੋ ਲੈਕਰ ਵਾਲੇ ਦਿਖਾਏ ਉਹਨੇ, ਮਤਲਬ ਕਿ ਜਿਹ 'ਚ ਪੋਲਿਸ਼ ਕੀਤਾ ਹੋਇਆ, ਗੋਲਡ ਸੁਨਹਿਰੀ ਦਿਖਾਏ, ਪਲਾਸਟਿਕ ਦੇ ਦਿਖਾਏ ਐਂਡ ਇਨੈਮਲ ਪੇਂਟਡ, ਤੇ ਉਹ ਵਾਲੇ ਵੀ ਦਿਖਾਏ ਜਿਨ੍ਹਾਂ ਤੇ ਇਹ ਜਿਹੜਾ ਪੇਂਟ ਕੀਤਾ ਹੁੰਦਾ ਹੈ। ਫਰੇਮਸ ਫॉर ਚੂਜ਼ਿੰਗ, ਚੋਣ ਵਾਸਤੇ ਉਹਨੇ ਇਹ ਸਾਰੇ ਕਿਸਮ ਦੇ ਫਰੇਮ ਦੱਤਾ ਨੇ ਉਹਨੂੰ ਦਿਖਾਏ। ਫਿਰ ਅਗਲਾ ਹੈ ਵਟ ਡਿਡ ਦੱਤਾ ਡੂ ਟੂ ਹੈਲਪ ਦੀ ਕਸਟਮਰ ਮੇਕ ਹਿਸ ਚੋਇਸ। ਹੁਣ ਜਿਹੜੇ ਉਹਨੇ ਕਸਟਮਰ ਨੇ ਇੰਨੇ ਸਾਰੇ ਦੇਖੇ, ਪਲੇਨ, ਡੈਕੋਰੇਟਿਵ, ਫਲੋਰਲ, ਵੁਡਨ, ਤੇ ਬੌਂਦਲ ਗਿਆ। ਕਸਟਮਰ ਨੂੰ ਸਮਝ ਨਾ ਆਵੇ ਵੀ ਮੈਂ ਕੀ ਕਰਾਂ, ਕਿਹੜੀ ਚੋਣ ਕਰਾਂ। ਸੋ ਫਿਰ ਕਹਿੰਦੇ ਕਿ ਦੱਤਾ ਨੇ ਕੀ ਕੀਤਾ, ਵਟ ਡਿਡ ਦੱਤਾ ਡੂ। ਦੇਖੋ ਡਿਡ ਹੈਗਾ ਤੇ ਡੂ ਫਸਟ ਫਾਰਮ ਹੈਗੀ ਹੈ, ਤੇ ਜਿਹੜੇ ਡਿਡ ਹੈਗਾ ਤੇ ਅਸੀਂ ਜਵਾਬ 'ਚ ਹੈਲਪ ਸੈਕਿੰਡ ਫਾਰਮ ਵਰਤਾਂਗੇ, ਠੀਕ ਹੈ, ਹੈਲਪ ਦਾ ਕਰਕੇ। ਸੋ ਕਹਿੰਦੇ ਦੱਤਾ ਨੇ ਕੀ ਕੀਤਾ, ਕਸਟਮਰ ਦੀ ਮਦਦ ਕਰਨ ਲਈ, ਮੇਕ ਹਿਸ ਚੋਇਸ, ਉਹਨੂੰ ਚੋਣ ਕਰਨ ਵਿੱਚ, ਫਰੇਮ ਦੀ ਚੋਣ ਕਰਨ ਵਿੱਚ ਦੱਤਾ ਨੇ ਕੀ ਕਿਹਾ। ਸੋ ਦੱਤਾ ਹੈਲਪ ਦੀ ਕਸਟਮਰ ਬਾਏ ਰਿਕਮੈਂਡਿੰਗ, ਰਿਕਮੈਂਡ ਹੁੰਦਾ ਹੈ ਸਲਾਹ ਦੇਣੀ, ਮਤਲਬ ਕਿ ਪ੍ਰਸਤਾਵ, ਮਤਲਬ ਕਿ ਇੱਕ ਆਪਣੇ ਨੂੰ ਸਲਾਹ ਦੇਣੀ। ਦੱਤਾ ਹੈਲਪ ਦੀ ਕਸਟਮਰ ਬਾਏ ਰਿਕਮੈਂਡਿੰਗ ਹਿਮ, ਉਹਨੂੰ ਸਲਾਹ ਦਿੰਦੇ ਹੋਏ ਆ ਜਰਮਨ ਇੰਪੋਰਟਡ ਫਰੇਮ। ਉਹਨੇ ਕਿਹਾ ਦੇਖੋ ਜੀ ਇਹ ਜਰਮਨੀ ਦਾ ਇੰਪੋਰਟਡ ਫਰੇਮ ਹੈਗਾ, ਹੈਵਿੰਗ ਗੋਲਡ ਲੀਵਸ ਐਂਡ ਵਾਈਂਡਿੰਗ ਕ੍ਰੀਪਰਸ, ਜਿਹਦੇ ਤੇ ਸੋਨੇ ਦੀਆਂ ਪੱਤੀਆਂ ਉਕਰੀਆਂ ਹੋਈਆਂ ਹਨ, ਐਂਡ ਵਾਈਂਡਿੰਗ, ਵਾਈਂਡਿੰਗ ਮੈਨੇ ਵਲ ਖਾਂਦੀ, ਕ੍ਰੀਪਰਸ ਮੈਨੇ ਵੇਲਾਂ, ਵਲ ਖਾਂਦੀਆਂ ਵੇਲਾਂ ਨੇ ਤੇ ਸੋਨੇ ਦੀਆਂ ਪੱਤੀਆਂ ਨੇ। ਇਹ ਵਾਲਾ ਕਹਿੰਦਾ ਜਰਮਨ ਤੋਂ, ਜਰਮਨ ਦਾ ਇੰਪੋਰਟਡ ਫੋਰਨ ਫਰੇਮ ਹੈਗਾ, ਤੂੰ ਇਹਦੇ ਵਿੱਚ ਆਪਣੇ ਦਾਦੇ ਦੀ ਫੋਟੋ ਜੜਾ ਲੈ। ਸੋ ਇੱਦਾਂ ਦੱਤਾ ਨੇ ਕਸਟਮਰ ਦੀ ਮਦਦ ਕੀਤੀ ਚੋਣ ਕਰਨ ਵਿੱਚ। ਕੁਐਸਚਨ ਨੰਬਰ 7, ਵਟ ਪ੍ਰਾਈਸ ਡਿਡ ਦੱਤਾ ਕੋਟ ਫॉर ਦੀ ਫਰੇਮ ਸਿਲੈਕਟਡ ਬਾਏ ਹਿਸ ਕਸਟਮਰ। ਉਹਦੇ ਕਸਟਮਰ ਵੱਲੋਂ, ਗਾਹਕ ਵੱਲੋਂ ਚੁਣੇ ਗਏ ਫਰੇਮ ਦਾ ਉਹਨੇ ਦੱਤਾ ਨੇ ਕੀ ਮੁੱਲ ਦੱਸਿਆ। ਸੋ ਕੋਟ ਡਿਡ, ਦੇਖੋ ਡਿਡ ਦੇ ਨਾਲ ਕੋਟ ਫਸਟ ਫਾਰਮ ਹੈ, ਸੋ ਕੋਟਡ ਸੈਕਿੰਡ ਫਾਰਮ ਆ ਜਾਏਗੀ ਡਿਡ ਕਰਕੇ। ਦੱਤਾ ਕੋਟਡ 17 ਰੁਪੀਜ਼ ਫॉर ਦੀ ਫਰੇਮ ਸਿਲੈਕਟਡ ਬਾਏ ਹਿਸ ਕਸਟਮਰ, ਬੜਾ ਸੌਖਾ ਹੈ, 17 ਰੁਪੀਜ਼ ਉਹਨੇ ਦੱਸੇ, 17 ਰੁਪਏ। ਵਟ ਵਾਜ਼ ਦੱਤਾ's ਐਕਸਪੀਰੀਅੰਸ ਅਬਾਊਟ ਹਿਸ ਕਸਟਮਰਸ, ਅਰਥਾਤ ਦੱਤਾ ਦਾ ਆਪਣੇ ਗ੍ਰਾਹਕਾਂ ਦੇ ਬਾਰੇ ਕੀ ਤਜਰਬਾ ਸੀ, ਬੜੀ ਪੁਰਾਣਾ ਸੀ ਬੜਾ, ਉਹਦੇ ਕੋਲ ਕਿੰਨੇ 100 ਕਸਟਮਰ ਆਉਂਦੇ ਸੀ, ਫੋਟੋਆਂ ਜੜਾਉਣ ਆਉਂਦੇ ਸੀ, ਚਲੇ ਜਾਂਦੇ ਸੀ, ਤੇ ਕਹਿੰਦੇ ਉਹ ਲੈਸਨ ਦੇ ਵਿੱਚ ਕੀ ਲਿਖਿਆ ਵੀ ਦੱਤਾ ਦਾ ਕੀ ਤਜਰਬਾ ਸੀ ਆਪਣੇ ਗਾਹਕਾਂ ਦੇ ਬਾਰੇ। ਸੋ ਦੱਤਾ's ਐਕਸਪੀਰੀਅੰਸ ਅਬਾਊਟ ਹਿਸ ਕਸਟਮਰਸ ਵਾਜ਼ ਦੈਟ ਦੇ ਵਰ ਨੈਵਰ ਪੰਕਚੁਅਲ। ਉਹਦਾ ਤਜਰਬਾ ਇਹ ਸੀ ਕਿ ਉਹ ਕਦੇ ਵੀ ਆਪਣੇ ਸਮੇਂ ਦੇ ਪਾਬੰਦ ਨਹੀਂ ਸੀ। ਜੇ ਉਹ ਕਹਿੰਦਾ ਸੀ ਵੀ ਇੱਕ ਹਫ਼ਤੇ ਬਾਅਦ ਤੁਸੀਂ ਆਹ ਫੋਟੋ ਆਪਣੀ ਲੈ ਜਾਓ, ਤੇ ਉਹ ਆਉਂਦੇ ਨਹੀਂ ਸੀਗੇ। ਜੋ ਕਹਿੰਦੇ 10 ਦਿਨਾਂ ਬਾਅਦ ਆ ਜਾਓ, ਤੇ ਉਹ 10ਵੇਂ ਦਿਨ ਨਹੀਂ ਆਉਂਦੇ ਸੀਗੇ। ਮਤਲਬ ਸਮੇਂ ਦੇ ਪਾਬੰਦ ਨਹੀਂ ਸੀ। ਕਹਿੰਦੇ ਈਦਰ, ਜਾਂ ਤੇ ਉਹ ਦੇ ਕੇਮ ਡੇਜ਼ ਇਨ ਐਡਵਾਂਸ, ਜਾਂ ਤੇ ਉਹ ਮਿੱਥੇ ਹੋਏ ਦਿਨ ਤੋਂ ਪਹਿਲਾਂ ਹੀ ਕਿੰਨੇ ਦਿਨ ਪਹਿਲਾਂ ਆ ਜਾਂਦੇ ਸੀਗੇ, ਐਂਡ ਵੈਂਟ ਅਵੇ ਡਿਸਅਪੋਇੰਟਡ, ਤੇ ਫਿਰ ਨਿਰਾਸ਼ ਹੋ ਕੇ ਚਲੇ ਜਾਂਦੇ ਸੀ, ਕਿਉਂਕਿ ਉਹ ਦੱਤਾ ਕਹਿੰਦਾ ਸੀ ਮੈਂ ਤੇ ਤੁਹਾਨੂੰ 10ਵੇਂ ਦਿਨ ਆਉਣ ਲਈ ਕਿਹਾ, ਤੁਸੀਂ ਚੌਥੇ ਦਿਨ ਹੀ ਆ ਗਏ ਹੋ। ਸੋ ਜਾਂ ਤਾਂ ਉਹਦੇ ਗਾਹਕ ਕਿੰਨੇ ਦਿਨ ਪਹਿਲਾਂ ਹੀ ਆ ਜਾਂਦੇ ਸੀਗੇ ਤੇ ਇੱਦਾਂ ਨਿਰਾਸ਼ ਹੋ ਕੇ ਚਲੇ ਜਾਂਦੇ ਸੀਗੇ, ਔਰ ਕੇਮ ਮੰਥਸ ਲੇਟਰ, ਤੇ ਨਹੀਂ ਤੇ ਫੋਟੋ ਰੱਖ ਕੇ ਉਹ 10 ਦਿਨ ਦੀ ਬਜਾਏ, ਹਫ਼ਤੇ ਦੀ ਬਜਾਏ ਜਿਹੜਾ ਦਿਨ ਦੱਸਿਆ ਹੁੰਦਾ ਸੀ ਉਹ ਤੋਂ ਕਈ ਮਹੀਨਿਆਂ ਮਗਰੋਂ ਆਉਂਦੇ ਸੀਗੇ। ਐਂਡ ਸਮ ਨੈਵਰ ਟਰਨਡ ਅਪ ਐਟ ਆਲ, ਤੇ ਕਈ ਤੇ ਉੱਕਾ ਹੀ ਨਹੀਂ ਆਉਂਦੇ ਸੀਗੇ, ਮਤਲਬ ਫੋਟੋ ਦੇ ਕੇ ਚਲੇ ਗਏ ਤੇ ਬਣ ਕੇ ਭੁੱਲ ਹੀ ਗਏ, ਕਦੀ ਵੀ ਨਹੀਂ ਆਏ। ਐਂਡ ਹੁੰਦਾ ਕੀ ਸੀ, ਐਂਡ ਦੇਅਰ ਪਿਕਚਰਸ ਲੇ ਅਨਕਲੇਮਡ ਗੈਦਰਿੰਗ ਡਸਟ, ਤੇ ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੀ ਦਿੱਤੀਆਂ ਹੋਈਆਂ ਫੋਟੋਆਂ ਜਿਹੜੀਆਂ ਸੀਗੀਆਂ ਉਹ ਮਿੱਟੀ ਫੱਕਦੀਆਂ ਰਹਿੰਦੀਆਂ ਸੀ, ਅਰਥਾਤ ਮਿੱਟੀ ਉਹਨਾਂ ਦੇ ਇਕੱਠੀ ਹੁੰਦੀ ਰਹਿੰਦੀ ਸੀਗੀ, ਤੇ ਉਹ ਬੇਦਾਵੇ, ਮਤਲਬ ਬਿਨਾਂ ਮਾਲਕ ਤੋਂ ਪਈਆਂ ਰਹਿੰਦੀਆਂ ਸੀਗੀਆਂ, ਅਨਕਲੇਮਡ, ਤੇ ਉਹਦੀ ਦੁਕਾਨ 'ਚ ਢੇਰ ਲੱਗਾ ਹੋਇਆ ਸੀ ਜਿਹਨਾਂ ਤੇ ਮਿੱਟੀ ਪਈ ਰਹਿੰਦੀ ਸੀ। ਹੁਣ ਬੱਚਿਓ ਜੇ ਇਹਨੂੰ ਛੋਟਾ ਕਰਨਾ ਹੈ ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਥੇ ਐਂਡ ਦੇਅਰ ਪਿਕਚਰਸ ਲੇ ਅਨਕਲੇਮਡ ਗੈਦਰਿੰਗ ਡਸਟ ਇਹ ਹਟਾ ਸਕਦੇ ਹੋ। ਆਲ ਤੋਂ ਬਾਅਦ ਐਂਡ ਨੈਵਰ ਟਰਨਡ ਅਪ ਐਟ ਆਲ ਤੋਂ ਬਾਅਦ ਫੁੱਲ ਸਟਾਪ ਲਗਾ ਕੇ ਤੁਸੀਂ ਇਹ ਜਿਹੜੀ ਲਾਈਨ ਹੈ ਹਟਾ ਸਕਦੇ ਹੋ, ਤੁਹਾਡਾ ਆਂਸਰ ਹੋਰ ਛੋਟਾ ਹੋ ਜਾਏਗਾ। ਠੀਕ ਹੈ ਬੱਚਿਓ, ਅੱਗੇ ਚਲੀਏ। ਕੁਐਸਚਨ ਨੰਬਰ 9, ਫॉर whom did ਦੱਤਾ ਮੇਕ ਫਰੇਮਸ। ਸੋ ਦੱਤਾ ਜਿਹੜਾ ਸੀ ਉਹ ਕਿਹਨਾਂ ਲਈ ਫਰੇਮ ਬਣਾਉਂਦਾ ਸੀਗਾ, ਇਹ ਹਰ ਕਿਸੇ ਲਈ ਨਹੀਂ, ਜਿਹੜਾ ਵੀ ਦੇ ਕੇ ਚਲਾ ਗਿਆ ਤੇ ਬਣਾਤਾ, ਨਹੀਂ। ਉਹ ਪਹਿਲੇ ਦੇਖਦਾ ਸੀਗਾ, ਉਹ ਕਸਟਮਰ ਦੀ ਘੋਖ ਕਰਦਾ ਸੀ। ਕਿੱਦਾਂ ਘੋਖ ਕਰਦਾ ਸੀਗਾ, ਕਹਿੰਦੇ ਦੱਤਾ ਮੇਡ ਫਰੇਮਸ ਫॉर ਦੋਜ਼ ਕਸਟਮਰਸ, ਅਰਥਾਤ ਦੱਤਾ ਉਹਨਾਂ ਗਾਹਕਾਂ ਦੇ ਲਈ ਫਰੇਮ ਬਣਾਉਂਦਾ ਸੀ ਹੂ ਕੇਮ ਟੂ ਹਿਮ ਐਂਡ ਵਿਜ਼ਿਟਡ ਹਿਮ ਐਟ ਲੀਸਟ ਟਵਾਈਸ, ਜੋ ਘੱਟ ਤੋਂ ਘੱਟ ਉਹਦੇ ਕੋਲ 2 ਵਾਰ ਚੱਕਰ ਲਾ ਜਾਂਦੇ ਸੀਗੇ, ਤਾਂ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਵਾਕਈ ਫਰੇਮ ਵਿੱਚ ਫੋਟੋ ਜੜਾਉਣ ਦੇ ਬਾਰੇ, ਫਰੇਮ ਦੇ ਬਾਰੇ ਇਹ ਗੰਭੀਰ ਹੈਗਾ। ਠੀਕ ਹੈ, ਬਿਫੋਰ ਹੀ ਸਟਾਰਟਡ ਐਗਜ਼ੀਕਿਊਟਿੰਗ ਦੇਅਰ ਆਰਡਰਸ, ਮਤਲਬ ਕਿ ਅਸਲ ਵਿੱਚ ਕੰਮ ਨੂੰ ਅਮਲ ਵਿੱਚ ਲਿਆਉਣ ਲਈ, ਐਗਜ਼ੀਕਿਊਟ ਹੁੰਦਾ ਹੈ ਅਮਲ ਵਿੱਚ ਲਿਆਉਣਾ। ਆਰਡਰ ਜਿਹੜਾ ਉਹਨੂੰ ਦਿੱਤਾ ਸੀ ਵੀ ਮੈਨੂੰ ਇਹ ਵਾਲਾ ਫਰੇਮ ਚਾਹੀਦਾ, ਕਸਟਮਰ ਕਹਿ ਕੇ ਚਲੇ ਜਾਂਦੇ ਸੀਗੇ, ਤੇ ਉਹ ਵਿਚਾਰਾ ਮਿਹਨਤ ਕਰਦਾ ਸੀਗਾ, ਪਏ ਰਹਿੰਦੇ ਸੀ, ਉਹ ਲੈਣ ਵੀ ਨਹੀਂ ਆਉਂਦੇ ਸੀਗੇ, ਤਾਂ ਉਹਦਾ ਨੁਕਸਾਨ, ਉਹਦੀ ਮਿਹਨਤ ਵੀ ਜਾਈ ਜਾਂਦੀ ਸੀ, ਉਹਦਾ ਪੈਸੇ ਦਾ ਨੁਕਸਾਨ ਵੀ ਹੁੰਦਾ ਸੀਗਾ।
ਸੋ ਕਹਿੰਦੇ ਜਿਹੜਾ ਕਸਟਮਰ 2 ਚੱਕਰ ਲਾ ਜਾਂਦਾ ਸੀਗਾ, ਉਸ ਤੋਂ ਬਾਅਦ ਫਿਰ ਉਹਦਾ ਆਰਡਰ ਜਿਹੜਾ ਹੈ ਉਹਨੂੰ ਅਮਲ ਵਿੱਚ ਲਿਆਉਣ ਦਾ ਉਹ ਕੰਮ ਸ਼ੁਰੂ ਕਰਦਾ ਸੀ, ਉਹਨਾਂ ਲਈ ਹੀ ਉਹ ਫਰੇਮ ਬਣਾਉਂਦਾ ਸੀ। ਠੀਕ ਹੈ, ਅੱਗੇ ਚਲੀਏ। क्वेश्चन नंबर 10 बच्चों ने मैं 2 तरीके ਨਾਲ ਲਿਖਿਆ ਹੈ। ਦੇਖੋ ਅਗਰ ਇਹ ਸਵਾਲ ਜਿਹਦਾ ਹਾਊ ਡਿਡ ਦੀ ਫੋਟੋਗ੍ਰਾਫ ਗੈਟ ਡੈਮੇਜਡ ਤੇ ਜੇ ਕੈਨ ਐਕਸਪਲੇਨ ਜਾਂ ਡਿਸਕ੍ਰਾਈਬ ਇਨ ਡਿਟੇਲ, ਫਿਰ ਤੁਸੀਂ ਜਵਾਬ ਇਹ ਦੇ ਦੇਣਾ ਹੈ। ਤੇ ਜੇ ਕਹਿਣ ਕਿ ਡਿਸਕ੍ਰਾਈਬ ਇਨ ਬਰੀਫ ਹਾਊ ਦੀ ਫੋਟੋਗ੍ਰਾਫ ਗॉट ਡੈਮੇਜਡ, ਹਾਊ ਡਿਡ ਦੀ ਫੋਟੋਗ੍ਰਾਫ ਡੈਮੇਜ, ਐਕਸਪਲੇਨ ਇਨ ਬਰੀਫ, ਐਕਸਪਲੇਨ ਬਰੀਫਲੀ। ਮਤਲਬ ਕਿ ਮੈਂ 2 ਆਂਸਰ ਦਿੱਤੇ ਨੇ। ਤੁਸੀਂ ਪੇਪਰ ਦੇਖੋ ਸਵਾਲ ਜਿਹੜਾ ਹੈ ਕਿੰਨੇ ਨੰਬਰ ਦਾ ਹੈ। ਜੇ ਜ਼ਿਆਦਾ ਨੰਬਰ ਦਾ ਹੈ ਤੇ ਤੁਸੀਂ ਇਹ ਵੱਡਾ ਆਂਸਰ ਲਿਖ ਦਿਓ, ਜੇ ਛੋਟਾ ਹੈ ਤੇ ਤੁਸੀਂ ਇਹ ਛੋਟਾ ਆਂਸਰ ਲਿਖ ਦਿਓ। ਸੋ ਮੈਂ ਤੁਹਾਡੀ ਸਹੂਲਤ ਲਈ ਦੋਨੋਂ ਆਂਸਰ ਲਿਖ ਦਿੱਤੇ ਨੇ। ਸੋ ਤੁਹਾਡੇ ਵਾਸਤੇ ਬੱਚੇ ਇੱਕ ਪ੍ਰੈਕਟਿਸ ਵੀ ਹੈਗੀ, ਜਦੋਂ ਪ੍ਰੈਸ ਅਸੀਂ ਲਿਖਦੇ ਹਾਂ ਵੀ ਕਿਵੇਂ ਵੱਡੇ ਸੈਂਟੈਂਸਾਂ ਨੂੰ, ਵੱਡੇ ਪੈਰਾਗ੍ਰਾਫ ਨੂੰ ਛੋਟੇ 'ਚ ਲਿਖਿਆ ਜਾਂਦਾ ਹੈ। ਸੋ ਇਹ ਵਧੀਆ ਗੱਲ ਹੈ ਤੁਹਾਡੇ ਲਈ, ਐਕਸਰਸਾਈਜ਼ ਹੈ। ਮਤਲਬ ਕਿ ਮੈਂ ਸਿਰਫ ਗਾਈਡ ਦੇ ਤੌਰ ਤੇ ਤੁਹਾਡੇ ਲਈ ਸਵਾਲ ਤਿਆਰ ਕਰਕੇ ਨਹੀਂ ਕਰ ਰਿਹਾ, ਕਿਉਂਕਿ ਮੇਰਾ ਪੜ੍ਹਾਉਣ ਦਾ ਢੰਗ ਹੋਰ ਹੈ। ਮੈਂ ਕਹਿੰਦਾ ਵੀ ਬੰਦਾ ਸੋਚ ਸਮਝ ਕੇ ਬੁੱਝ ਕੇ ਜਿਹੜਾ ਪੜ੍ਹਾਈ ਆਪਣੀ ਕਰੇ, ਤਾਂ ਕਿ ਆਪਣੇ ਸ਼ਬਦਾਂ ਦੇ ਵਿੱਚ ਉਹ ਗੱਲ ਨੂੰ ਲਿਖ ਸਕੇ। ਸੋ ਹਾਊ ਡਿਡ ਦੀ ਫੋਟੋਗ੍ਰਾਫ ਗੈਟ ਡੈਮੇਜਡ, ਅਰਥਾਤ ਜਿਹੜੀ ਤਸਵੀਰ ਸੀਗੀ ਕਿਵੇਂ ਖਰਾਬ ਹੋਈ। ਦੱਤਾ ਸੈਟ ਅਬਾਊਟ ਦੀ ਟਾਸਕ ਆਫ ਫਰੇਮਿੰਗ ਦੀ ਪਿਕਚਰ, ਅਰਥਾਤ ਦੱਤਾ ਨੇ ਉਹ ਪਿਕਚਰ ਨੂੰ ਫਰੇਮ ਕਰਨ ਲਈ ਉਹਨੂੰ ਸ਼ੁਰੂ ਕੀਤਾ ਕੰਮ। ਐਂਡ ਸਟਾਰਟਡ ਲੁਕਿੰਗ ਫॉर ਹਿਜ਼ ਮਿਸਿੰਗ ਪੈਨਸਿਲ ਸਟੱਬ, ਤੇ ਆਪਣੀ ਜਿਹੜੀ ਗੁਆਚੀ ਪੈਨਸਿਲ ਸੀ ਜਿਹਨਾਂ ਉਹ ਫॉर ਮਾਰਕਿੰਗ ਦੀ ਮੈਜ਼ਰਮੈਂਟਸ, ਜਿਹਨਾਂ ਲੰਬਾਈ ਚੌੜਾਈ ਨਾਪਦਾ ਸੀਗਾ, ਉਹ ਪੈਨਸਿਲ ਜਿਹੜੀ ਸੀ ਛੋਟੀ ਜੀ ਉਹਨੂੰ ਲੱਭਣਾ ਸ਼ੁਰੂ ਕੀਤਾ। ਫੇਲਿੰਗ ਟੂ ਫਾਈਂਡ ਇਟ, ਅਰਥਾਤ ਜਿਲੇ ਉੱਧਰ ਉੱਧਰ ਲੱਭੀ ਉਹਨੇ ਕਿਤੇ ਵੀ ਨਾ ਮਿਲੀ। ਹੀ ਫਾਈਨਲੀ, ਤੇ ਓੜਕ ਉਹਨੇ ਕੀ ਕੀਤਾ, ਸਟੂਡ ਅਪ, ਉਹ ਖੜਾ ਹੋਇਆ। ਐਂਡ ਸ਼ੁਕ ਹਿਜ਼ ਧੋਤੀ ਸੋ ਵਾਇਲੈਂਟਲੀ, ਤੇ ਉਹਨੇ ਆਪਣੀ ਧੋਤੀ ਸੀਗੀ, ਜਿਹੜਾ ਆਪਣਾ ਉਹਨੇ ਧੋਤੀ ਪਾਈ ਸੀ, ਉਹਨੇ ਬੜੀ ਜ਼ੋਰ ਦੀ ਝਾੜੀ ਵੀ ਕਿਤੇ ਉਹ 'ਚ ਨਾ ਫਸੀ ਹੋਈ ਹੋਵੇ। ਦੈਟ ਅ ਟਿਨ ਕੰਟੇਨਿੰਗ ਵਾਈਟ ਐਨੈਮਲ ਪੇਂਟ ਫੈਲ, ਤੇ ਉਹ ਜਿਹੜੇ ਹਿਲਾਈ ਤੇ ਉਹਦੇ ਨਾਲ ਕੀ ਉਹ ਹਿੱਲੀ ਜਾਂ ਉਹਦੀ ਕੂਹਣੀ ਲੱਗੀ ਜਾਂ ਕੁਛ ਹੋਇਆ, ਤੇ ਇੱਕ ਡੱਬਾ ਸੀਗਾ ਜਿਹਦੇ ਵਿੱਚ ਵਾਈਟ ਇਨੈਮਲ ਪੇਂਟ ਪਿਆ ਸੀ, ਉਹ ਡਿੱਗ ਗਿਆ। ਸਮੀਅਰਿੰਗ ਦੀ ਪਿਕਚਰ ਵਿਦ ਦੀ ਇਨੈਮਲ, ਉਹ ਸਾਰਾ ਡੱਬਾ ਡਿੱਗਿਆ ਤੇ ਸਾਰਾ ਪੇਂਟ ਜਿਹੜਾ ਸੀਗਾ ਉਹ ਪਿਕਚਰ ਦੇ ਉੱਤੇ ਡਿੱਗ ਗਿਆ। ਇਟ ਇਜ਼ ਹਾਊ ਦੀ ਫੋਟੋਗ੍ਰਾਫ ਗॉट ਡੈਮੇਜ, ਇਸ ਢੰਗ ਦੇ ਨਾਲ ਜਿਹੜੀ ਫੋਟੋਗ੍ਰਾਫ ਸੀ ਉਹ ਡੈਮੇਜ ਹੋਈ। ਇੱਕ ਤੇ ਤਰੀਕਾ ਹੈ, ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਕਿ ਕਿੱਦਾਂ ਉਹਨੇ ਕੰਮ ਸ਼ੁਰੂ ਕੀਤਾ ਤੇ ਉਹ ਪੈਨਸਲ ਲੱਭਦਾ ਪਿਆ ਸੀਗਾ, ਪੈਨਸਲ ਨਹੀਂ ਲੱਭੀ, ਫਿਰ ਉਹਨੇ ਦੇਖਿਆ ਧੋਤੀ 'ਚ ਨਾ ਫਸੀ ਹੋਈ, ਉਹਨੇ ਧੋਤੀ ਬੜੀ ਜ਼ੋਰ ਦੀ ਝਾੜੀ, ਤੇ ਝਾੜਨ ਦੇ ਨਾਲ ਕੀ ਹੋਇਆ ਕਿ ਉਹ ਜਿਹੜਾ ਇੱਕ ਡੱਬਾ ਸੀਗਾ ਪੇਂਟ ਦਾ ਉਹ ਥੱਲੇ ਡਿੱਗ ਗਿਆ ਤੇ ਪੇਂਟ ਤਸਵੀਰ ਉੱਤੇ ਡਿੱਗ ਗਿਆ। ਜਾਂ ਫਿਰ ਸਿੱਧਾ ਇੱਦਾਂ ਲਿਖ ਸਕਦੇ ਹਾਂ ਛੋਟਾ, ਵਾਈਲ ਲੁਕਿੰਗ ਫॉर ਹਿਜ਼ ਮਿਸਿੰਗ ਪੈਨਸਿਲ ਸਟੱਬ, ਆਪਣੀ ਗੁਆਚੀ ਹੋਈ ਪੈਨਸਲ ਦਾ ਜਿਹੜਾ ਟੁਕੜਾ ਸੀਗਾ ਉਹਨੂੰ ਲੱਭਦੇ ਹੋਏ। ਦੱਤਾ ਸ਼ੁਕ ਹਿਜ਼ ਧੋਤੀ ਵਾਇਲੈਂਟਲੀ, ਦੱਤਾ ਨੇ ਆਪਣੀ ਧੋਤੀ ਬੜੀ ਜ਼ੋਰ ਦੀ ਹਿਲਾਈ। ਐਂਡ ਐਕਸੀਡੈਂਟਲੀ, ਐਕਸੀਡੈਂਟਲੀ ਮੈਨੇ ਮਤਲਬ ਕਿ ਬੇਧਿਆਨੇ, ਮਤਲਬ ਕਿ ਗਲਤੀ ਦੇ ਨਾਲ, ਐਕਸੀਡੈਂਟਲੀ ਡ੍ਰੌਪਡ ਅ ਪੇਂਟ ਟਿਨ, ਤੇ ਗਲਤੀ ਨਾਲ ਉਹਨੇ ਕੀ ਕੀਤਾ, ਰੰਗ ਦਾ ਡੱਬਾ ਸੁੱਟ ਦਿੱਤਾ। ਦੀ ਇਨੈਮਲ ਫੈਲ ਔਨ ਦੀ ਫੋਟੋਗ੍ਰਾਫ ਐਂਡ ਡੈਮੇਜ ਇਟ, ਜਿਹੜਾ ਉਹਦੇ ਅੰਦਰ ਡੱਬੇ ਅੰਦਰ ਇਨੈਮਲ ਸੀਗਾ ਉਹ ਡਿੱਗਿਆ ਫੋਟੋ ਦੇ ਉੱਤੇ ਤੇ ਫੋਟੋ ਡੈਮੇਜ ਹੋ ਗਈ। ਸੋ ਬੱਚੋ ਤੁਸੀਂ ਇਹ ਆਨਸਰ ਇੱਦਾਂ ਵੀ ਲਿਖ ਸਕਦੇ ਹੋ, ਇੱਦਾਂ ਵੀ ਲਿਖ ਸਕਦੇ ਹੋ। ਇਸ ਆਨਸਰ ਨੂੰ ਵੀ ਬੱਚਿਓ ਮੈਂ 2 ਰੂਪਾਂ 'ਚ ਲਿਖਿਆ, ਇੱਕ ਥੋੜਾ ਵੱਡਾ ਵੇਰਵੇ 'ਚ ਤੇ ਇੱਕ ਛੋਟਾ। ਤੁਸੀਂ ਦੋਨਾਂ ਦੀ ਪ੍ਰੈਕਟਿਸ ਕਰੋ, ਤੁਹਾਡੇ ਲਈ ਵਧੀਆ ਹੈ। ਠੀਕ ਹੈ। ਹਾਊ ਡਿਡ ਹੀ ਟਰਾਈ ਟੂ ਰੈਸਕਿਊ ਦੀ ਪਿਕਚਰ, ਉਹਨੇ ਪਿਕਚਰ ਨੂੰ ਬਚਾਉਣ ਦਾ ਯਤਨ ਕਿਵੇਂ ਕੀਤਾ, ਅਰਥਾਤ ਜੇ ਤੇ ਪੇਂਟ ਡਿੱਗ ਗਿਆ ਉਹਨੇ ਉਹਨੂੰ ਮਤਲਬ ਕਿ ਉਹਦਾ ਹੁਣ ਕਿਵੇਂ ਰਿਟਰੀਵ ਕੀਤਾ ਜਾਵੇ, ਕਿਵੇਂ ਬਚਾਅ ਕੀਤਾ ਜਾਵੇ, ਉਹਨੇ ਕੀ ਕੀਤਾ। ਸੋ ਜਵਾਬ ਹੈ ਆਫਟਰ ਦੀ ਇਨੈਮਲ ਪੇਂਟ ਸਮੀਅਰਡ ਦੀ ਪਿਕਚਰ, ਅਰਥਾਤ ਜਦੋਂ ਇਨੈਮਲ ਪੇਂਟ ਨੇ ਉਹ ਪਿਕਚਰ ਨੂੰ ਲਵੇੜ ਦਿੱਤਾ, ਸਮੀਅਰ ਹੁੰਦਾ ਲਵੇੜ ਦੇਣਾ, ਦਾਗ ਪਾ ਦੇਣੇ, ਉਹਨੇ ਪਿਕਚਰ ਨੂੰ ਲਵੇੜ ਦਿੱਤਾ। ਦੱਤਾ ਟਰਾਈ ਟੂ ਰੈਸਕਿਊ ਇਟ, ਦੱਤਾ ਨੇ ਉਹਨੂੰ ਬਚਾਉਣ ਦਾ ਯਤਨ ਕੀਤਾ। ਕਿੱਦਾਂ, ਹਾਊ ਐਵਰ ਇਨ ਡਿਸਪਰੇਟ ਹਰੀ, ਪਰ ਕਾਲੀ ਕਾਲੀ 'ਚ, ਮਤਲਬ ਪਰੇਸ਼ਾਨ ਹੋਈ ਕਾਲੀ ਕਾਲੀ ਵਿੱਚ, ਡਿਸਪਰੇਟ ਮੈਨੇ ਹੈਲਪਲੈਸ, ਲਾਚਾਰੀ ਦੀ ਹਰੀ ਵਿੱਚ, ਕਾਲੀ ਵਿੱਚ। ਹੀ ਰਬਡ ਇਟ ਸੋ ਹਾਰਡ, ਉਹਨੇ ਉੱਤੇ ਇੰਨੀ ਜ਼ੋਰ ਦੀ ਰਗੜ ਦਿੱਤਾ। ਦੈਟ ਥਿਨ ਸਟ੍ਰਿਪਸ ਆਫ ਫਿਲਮੀ ਕੋਟਿੰਗ ਗॉट ਪੀਲਡ ਆਫ ਇਟਸ ਸਰਫੇਸ, ਕੀ ਹੋਇਆ ਕਿ ਉਹਦੀਆਂ ਪਤਲੀ ਪਤਲੀ ਪਰਤਾਂ ਸੀਗੀਆਂ ਜਿਹੜੀਆਂ ਫੋਟੋ ਦੀਆਂ, ਉਹ ਉਖੜ ਕੇ ਬਾਹਰ ਆ ਗਈਆਂ। ਹੀ ਦਸ ਮੇਡ ਦੀ ਮੈਟਰ ਵਰਸ, ਅਰਥਾਤ ਉਹਨੇ ਮਾਮਲਾ ਹੋਰ ਵਿਗਾੜ ਦਿੱਤਾ, ਪਹਿਲੇ ਥੋੜੀ ਖਰਾਬ ਹੋਈ ਸੀ ਉਹਨੇ ਹੋਰ ਖਰਾਬ ਕਰ ਦਿੱਤੀ। ਸੋ ਇਹਨੂੰ ਛੋਟੇ ਕਰਕੇ ਇੱਦਾਂ ਲਿਖ ਸਕਦੇ ਹਾਂ, ਦੱਤਾ ਟਰਾਈ ਟੂ ਰੈਸਕਿਊ ਦੀ ਪਿਕਚਰ ਵਿਚ ਦੀ ਪੇਂਟ ਹੈਡ ਡੈਮੇਜਡ, ਅਰਥਾਤ ਦੱਤਾ ਨੇ ਪਿਕਚਰ ਬਚਾਉਣ ਦਾ ਯਤਨ ਕੀਤਾ ਜਿਹਨੂੰ ਪੇਂਟ ਨੇ ਵਿਗਾੜ ਦਿੱਤਾ ਸੀ, ਖਰਾਬ ਕਰ ਦਿੱਤਾ ਸੀ। ਬਾਏ ਰਬਿੰਗ ਆਫ ਦੀ ਪੇਂਟ ਵਿਦ ਅ ਰੈਗ, ਰੈਗ ਹੁੰਦਾ ਜਿੱਦਾਂ ਮਤਲਬ ਕਿ ਚੀਥੜਾ ਜਾਂ ਕੋਈ ਪੂਣਾ ਜਾਂ ਕੱਪੜੇ ਦੇ ਟੁਕੜੇ ਦੇ ਨਾਲ ਉਹਨੇ ਪੇਂਟ ਨੂੰ ਰਬ ਕਰਕੇ, ਰਗੜ ਕੇ ਫੋਟੋ ਤੋਂ ਲਾਉਣ ਦਾ ਯਤਨ ਕਰਕੇ ਉਹਨੂੰ ਬਚਾਉਣ ਦਾ ਯਤਨ ਕੀਤਾ। ਠੀਕ ਹੈ, ਅੱਗੇ ਚਲੀਏ। क्वेश्चन नंबर 12,
ਇਹਦੇ ਵਿੱਚ ਮੈਂ ਦੋ ਹਿੱਸੇ ਕੀਤੇ, ਮਤਲਬ ਦੋ ਰੂਪਾਂ ਵਿੱਚ ਲਿਖਿਆ, ਇੱਕ ਥੋੜਾ ਵੱਡਾ ਤੇ ਇੱਕ ਥੋੜਾ ਛੋਟਾ। ਵਟ ਸੋਲਿਊਸ਼ਨ ਡਿਡ ਦੱਤਾ ਫਾਈਨਲੀ ਕਮ ਅਪ ਵਿਦ, ਅਰਥਾਤ ਫਿਰ ਦੱਤਾ ਜਿਹੜਾ ਸੀਗਾ ਉਹਨੇ ਇਸ ਸਮੱਸਿਆ ਦਾ ਓੜਕ ਨੂੰ ਕੀ ਹੱਲ ਲੱਭਿਆ। ਸੋਲਿਊਸ਼ਨ ਮੈਨੇ ਹੁੰਦਾ ਹੱਲ, ਕਮ ਅਪ ਵਿਦ ਮੈਨੇ ਹੁੰਦਾ ਮਤਲਬ ਕਿ ਉਹਦਾ ਫੈਸਲਾ ਕੀਤਾ ਵੀ ਹਾਂ ਸਾਰਾ ਸੋਚ ਕੇ ਉਹ ਕਿਸ ਨਤੀਜੇ ਤੇ ਪਹੁੰਚਿਆ ਕਿ ਉਹਨੇ ਦਾ ਸਮੱਸਿਆ ਦਾ ਹੱਲ ਕੀ ਕੀਤਾ ਜਾਵੇ। ਸੋ ਜਵਾਬ ਹੈ ਦੱਤਾ ਸਰਚ ਦੀ ਓਲਡ ਅਨਕਲੇਮਡ ਫੋਟੋਗ੍ਰਾਫਸ, ਅਰਥਾਤ ਦੱਤਾ ਨੇ ਪੁਰਾਣੀਆਂ ਅਨਕਲੇਮਡ ਅਰਥਾਤ ਜਿਹੜੀਆਂ ਗਾਹਕਾਂ ਕੁਝ ਗਾਹਕ ਛੱਡ ਗਏ ਸੀਗੇ ਤੇ ਲੈਣ ਨਹੀਂ ਆਏ ਸੀਗੇ, ਅਨਕਲੇਮਡ ਬਿਨਾਂ ਮਾਲਕ ਤੋਂ ਉਹਦੇ ਜਿਹੜਾ ਢੇਰ ਲੱਗਾ ਸੀਗਾ ਪੁਰਾਣੀਆਂ। ਦੱਤਾ ਸਰਚ ਦੀ ਓਲਡ ਅਨਕਲੇਮਡ ਫੋਟੋਗ੍ਰਾਫਸ, ਉਹ ਉਹਨੇ ਲੱਭੀਆਂ। ਐਂਡ ਫਾਊਂਡ ਵਨ, ਤੇ ਇੱਕ ਲੱਭੀ ਵਿਚ ਕੁਡ ਈਜ਼ਲੀ ਪਾਸ ਆਫ ਐਜ਼ ਦੀ ਓਰੀਜਨਲ, ਜਿਹੜੀ ਕਿ ਉਹ ਓਰੀਜਨਲ ਫੋਟੋ ਸੀ ਉਹਦੇ ਦਾਦੇ ਦੀ, ਉਹਦਾ ਬਦਲ ਵਿੱਚ ਪੇਸ਼ ਕੀਤੀ ਜਾ ਸਕਦੀ ਸੀ। ਪਾਸ ਆਫ ਹੁੰਦਾ ਮਤਲਬ ਕਿ ਉਹਨੂੰ ਮਤਲਬ ਕਿ ਉਹਦੀ ਥਾਂ ਭੁਲੇਖਾ ਪਾ ਕੇ ਉਹਦੀ ਥਾਂ ਲੈਣੀ। ਸੋ ਪਾਸ ਆਫ ਹੁੰਦਾ ਬੱਚੋ ਕੋਈ ਧੋਖੇ ਦੇ ਨਾਲ ਕਿਸੇ ਚੀਜ਼ ਨੂੰ ਬਦਲ ਦੇ ਵਜੋਂ ਜਿਹੜੀ ਨਕਲ ਹੈ ਉਹਨੂੰ ਪੇਸ਼ ਕਰਨਾ, ਠੀਕ ਹੈ। ਵਿਚ ਕੁਡ ਈਜ਼ਲੀ ਪਾਸ ਆਫ ਐਜ਼ ਦੀ ਓਰੀਜਨਲ। ਹੀ ਵਰਕਡ ਕੰਸਨਟ੍ਰੇਟਡਲੀ ਫॉर ਆਵਰਸ, ਤੇ ਫਿਰ ਉਹਨੇ ਜਿਹੜੇ ਲੱਭ ਲਈ ਉਹਨੇ ਬੜੇ ਧਿਆਨ ਦੇ ਨਾਲ ਘੰਟਿਆਂ ਬੱਧੀ ਫਿਰ ਕੰਮ ਕੀਤਾ। ਐਂਡ ਪੁੱਟ ਇਟ ਇਨ ਅ ਡੈਜ਼ਲਿੰਗ ਗੋਲਡ ਫਰੇਮ, ਤੇ ਉਹਨੂੰ ਇੱਕ ਚਮਕਦੇ ਲਿਸ਼ਕਦੇ ਸੁਨਹਿਰੀ ਫਰੇਮ ਦੇ ਵਿੱਚ ਜੜ ਦਿੱਤਾ। ਕਿ ਫਿਰ ਕਹਿੰਦੇ ਐਂਡ ਲੋ, ਕਹਿੰਦੇ ਵਾਹ, ਹੋਰ ਦੇਖੋ, ਐਂਡ ਲੋ, ਇਹ ਬੱਚੋ ਐਕਸਕਲੇਮੇਸ਼ਨ ਮਾਰਕ ਹੈ, ਤੇ ਉਹ ਖੁਦ ਹੈਰਾਨ ਹੋਇਆ, ਕਹਿੰਦਾ ਐਂਡ ਲੋ, ਆਹ ਦੇਖੋ, ਦੀ ਓਲਡ ਮੈਨਸ ਡਬਲ, ਉਹ ਜਿਹੜਾ ਬਜ਼ੁਰਗ ਆਦਮੀ ਸੀ, ਬੁੱਢਾ ਸੀ, ਕਸਟਮਰ ਦਾ ਦਾਦਾ, ਉਹਦਾ ਜੋ ਡਬਲ, ਉਹਦਾ ਜੋ ਨਕਲ ਸੀ, ਲੁਕਡ ਓਰੀਜਨਲ, ਉਹ ਬਿਲਕੁਲ ਉਹਦੇ ਵਰਗਾ ਲੱਗਦਾ ਸੀ। ਐਂਡ ਸਪਲੈਂਡਿਡ ਇਨ ਦਾ ਫਰੇਮ, ਔਰ ਸਪਲੈਂਡਿਡ ਮੈਨੇ ਬੜਾ ਮਹਾਨ, ਬੜਾ ਵਧੀਆ, ਬੜਾ ਗ੍ਰੇਟ। ਸਪਲੈਂਡਿਡ ਦੀ ਜਗ੍ਹਾ ਤੁਸੀਂ ਮੈਗਨੀਫੀਸੈਂਟ ਵੀ ਲਿਖ ਸਕਦੇ ਹੋ, ਠੀਕ ਹੈ, ਗ੍ਰੈਂਡ ਵੀ ਲਿਖ ਸਕਦੇ ਹੋ ਇਨ ਦੀ ਫਰੇਮ, ਤੇ ਉਹ ਫਰੇਮ ਵਿੱਚ ਜੜਿਆ ਬੜਾ ਕਮਾਲ ਦਾ ਦਿਸਦਾ ਸੀ। ਇਹ ਉਹਨੇ ਹੱਲ ਲੱਭਿਆ। ਤੇ ਔਰ ਮਤਲਬ ਕਿ ਇਹ ਛੋਟਾ ਕਰਕੇ ਲਿਖ ਸਕਦੇ ਹਾਂ। ਦੱਤਾ ਸਿਲੈਕਟਡ ਅ ਸਿਮਿਲਰ ਲੁਕਿੰਗ ਫੋਟੋਗ੍ਰਾਫ ਫਰੋਮ ਦੀ ਅਨਕਲੇਮਡ ਵਨਸ, ਦੱਤਾ ਨੇ ਇੱਕ ਚੁਣੀ, ਸਿਮਿਲਰ ਲੁਕਿੰਗ ਮੈਨੇ ਉਹਦੇ ਵਰਗੀ ਦਿਸਦੀ, ਜਿੱਦਾਂ ਬਜ਼ੁਰਗ ਦੀ ਸੀਗੀ, ਕਸਟਮਰ ਦੇ ਦਾਦੇ ਦੀ ਸੀ, ਉਹਦੇ ਨਾਲ ਮਿਲਦੀ ਜੁਲਦੀ ਇੱਕ ਫੋਟੋ ਲੱਭੀ, ਸਿਲੈਕਟਡ ਚੋਣ ਕੀਤੀ, ਫਰੋਮ ਦੀ ਅਨਕਲੇਮਡ ਵਨਸ, ਉਹ ਜਿਹੜੀਆਂ ਉਹਦੇ ਕੋਲ ਪਈਆਂ ਸੀਗੀਆਂ ਬਿਨਾਂ ਮਾਲਿਕ ਤੋਂ, ਜਿਹੜੀਆਂ ਲਾਵਾਰਸ ਫੋਟੋਆਂ ਪਈਆਂ ਸੀ ਉਹਦੇ ਕੋਲ, ਉਹਨਾਂ ਚੋਂ ਲੱਭੀ। ਕਿਹੜੀਆਂ ਲੱਭੀਆਂ, ਕਿਹੜੀਆਂ ਚੋਂ ਲੱਭੀ? ਆਫ ਦੀ ਓਲਡ ਮੈਨਸ ਵਿੰਟੇਜ, ਅਰਥਾਤ ਜਿੰਨਾ ਕੁ ਉਮਰ ਦਾ ਉਹ ਬਜ਼ੁਰਗ ਆਦਮੀ ਸੀ ਜਿਹਦੀ ਫੋਟੋ ਖਰਾਬ ਹੋ ਗਈ ਸੀ, ਉਸ ਉਮਰ ਦੇ ਆਦਮੀਆਂ ਦੇ ਮਿਲਦੀ ਜੁਲਦੀ। ਵਿੰਟੇਜ ਹੁੰਦਾ ਸਮਾਂ, ਪੁਰਾਣਾ ਸਮਾਂ, ਓਲਡ ਮੈਨਸ ਵਿੰਟੇਜ, ਅਰਥਾਤ ਉਹ ਜਿਹੜਾ ਪੁਰਾਣਾ ਜਿਹੜਾ ਬਜ਼ੁਰਗ ਆਦਮੀ ਸੀ ਜਿਹਦੀ ਫੋਟੋ ਖਰਾਬ ਹੋ ਗਈ ਸੀ, ਉਹਦੇ ਸਮੇਂ ਦੇ ਨਾਲ ਮੇਲ ਖਾਂਦੀਆਂ ਪੁਰਾਣੀਆਂ ਫੋਟੋਆਂ ਵਿੱਚੋਂ ਜਿਹੜੀਆਂ ਲਾਵਾਰਿਸ ਫੋਟੋਆਂ ਸੀ, ਉਹ 'ਚੋਂ ਇੱਕ ਮਿਲਦੀ ਜੁਲਦੀ ਫੋਟੋ ਕੱਢੀ। ਐਂਡ ਫਿਕਸ ਦੀ ਡਬਲ, ਡਬਲ ਮੈਨੇ ਨਕਲ, ਉਹਦਾ ਨਕਲ, ਜਿੱਦਾਂ ਨਹੀਂ ਆਪਣੇ ਫਿਲਮਾਂ ਵਿੱਚ ਵੀ ਜਿਹੜੇ ਐਕਟਰ ਹੁੰਦੇ ਨੇ ਉਹਨਾਂ ਦੇ ਨਕਲ ਕੰਮ ਕਰਦੇ ਨੇ, ਜੋ ਸਟੰਟ ਕਰਦੇ ਨੇ, ਸੋ ਉਹਨੂੰ ਕਹਿੰਦੇ ਨੇ ਡਬਲ, ਜੋ ਇੱਕ ਬੰਦੇ ਦੀ ਥਾਂ ਦੂਜਾ ਬੰਦਾ ਉਹਦਾ ਰੋਲ ਅਦਾ ਕਰੇ। ਸੋ ਡਬਲ ਮਤਲਬ ਕਿ ਨਕਲ, ਉਹਦੀ ਜੋ ਉਹਦਾ ਦੂਜਾ ਰੋਲ ਸੀਗਾ। ਸੋ ਫਿਕਸ ਦੀ ਡਬਲ ਇਨ ਅ ਗੋਲਡਨ ਫਰੇਮ, ਤੇ ਉਹਨੇ ਗੋਲਡਨ ਫਰੇਮ ਦੇ ਵਿੱਚ, ਸੁਨਹਿਰੀ ਫਰੇਮ ਦੇ ਵਿੱਚ ਉਹਨੂੰ ਉਹਦੇ ਨਕਲ ਨੂੰ ਜੜ ਦਿੱਤਾ। ਸੋ ਬੱਚੋ ਤੁਸੀਂ ਇਹ ਆਨਸਰ ਇੱਦਾਂ ਵੀ ਲਿਖ ਸਕਦੇ ਹੋ ਤੇ ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਕੁਐਸਚਨ ਨੰਬਰ 13, ਇਹਨੂੰ ਵੀ ਮੈਂ ਦੋ ਰੂਪਾਂ 'ਚ ਕੀਤਾ, ਇੱਕ ਥੋੜਾ ਜਿਹਾ ਵੱਡਾ ਤੇ ਇੱਕ ਥੋੜਾ ਜਿਹਾ ਛੋਟਾ। ਵਾਈ ਵਰ ਦੀ ਡੇਜ਼ ਦੈਟ ਫੋਲੋਡ ਫਿਲਡ ਵਿਦ ਸਸਪੈਂਸ ਐਂਡ ਐਂਗਜ਼ਾਈਟੀ, ਅਰਥਾਤ ਜਿਹੜੇ ਦਿਨ ਫਿਰ ਉਸ ਤੋਂ ਮਗਰੋਂ ਆਏ ਜਦੋਂ ਉਹਨੇ ਫਰੇਮ ਕਰ ਦਿੱਤਾ, ਕਿਉਂਕਿ ਉਹਨੇ ਫੋਟੋ ਦੇ ਓਰੀਜਨਲ ਖਰਾਬ ਕਰ ਦਿੱਤੀ ਸੀਗੀ, ਫਿਰ ਤੇ ਉਹਨੇ ਹੇਰਾਫੇਰੀ ਕੀਤੀ ਨਾ, ਉਹਨੇ ਪੁਰਾਣੀ ਫੋਟੋ ਕੱਢੀ ਮਿਲਦੀ ਜੁਲਦੀ ਤੇ ਉਹਨੂੰ ਜੜ ਕੇ ਰੱਖ ਦਿੱਤੀ। ਕਹਿੰਦੇ ਹੁਣ ਜਿਹੜੇ ਦਿਨ ਰਹਿ ਗਏ ਸੀਗੇ ਵੀ ਹੁਣ ਉਹ ਦਿਨ ਆਉਣ ਵਾਲੇ ਸੀਗੇ ਜਦੋਂ ਕਸਟਮਰ ਨੇ ਆਪਣੀ ਫੋਟੋ ਲੈਣ ਆਣੀ ਸੀ, ਆਪਣੇ ਦਾਦੇ ਦੀ ਫੋਟੋ ਜੜੀ ਹੋਈ। ਸੋ ਕਹਿੰਦੇ ਉਹਦੇ ਮਗਲੇ ਜਿਹੜੇ ਦਿਨ ਬਾਅਦ ਚੋਂ ਆਏ ਉਹਦੇ ਕੰਮ ਕਰਨ ਤੋਂ ਬਾਅਦ, ਵਾਈ ਵਰ ਦੇ ਫਿਲਡ ਵਿਦ ਸਸਪੈਂਸ ਐਂਡ ਐਂਗਜ਼ਾਈਟੀ, ਉਹ ਚਿੰਤਾ ਅਤੇ ਸਸਪੈਂਸ, ਵੀ ਸਸਪੈਂਸ ਹੁੰਦਾ ਸ਼ਸ਼ੋਪੰਜ, ਸ਼ਸ਼ੋਪੰਜ ਅਤੇ ਐਂਗਜ਼ਾਈਟੀ ਚਿੰਤਾ ਵਿੱਚ ਕਿਉਂ ਭਰੇ ਹੋਏ ਸੀ ਉਹਲੇ ਦਿਨ। ਸੋ ਜਵਾਬ ਇਹਦਾ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਦੱਤਾ ਹੈ ਡੈਮੇਜ ਦੀ ਕਸਟਮਰਸ ਗ੍ਰੈਂਡਫਾਦਰਸ ਫੋਟੋਗ੍ਰਾਫ, ਦੱਤਾ ਨੇ ਕਸਟਮਰ ਦੇ ਦਾਦੇ ਦੀ ਫੋਟੋ ਖਰਾਬ ਕਰ ਦਿੱਤੀ ਸੀਗੀ। ਐਂਡ ਫਰੇਮਡ ਅ ਡਬਲ, ਤੇ ਉਹਦਾ ਨਕਲ ਜਿਹੜਾ ਸੀਗਾ ਇੱਕ ਡਬਲ ਨੂੰ ਉਹਨੂੰ ਫਰੇਮ ਕਰ ਦਿੱਤਾ ਸੀ, ਟੂ ਪਾਸ ਆਫ ਐਜ਼ ਓਰੀਜਨਲ, ਤੇ ਉਹਨੂੰ ਡਬਲ ਨੂੰ ਅਸਲੀ ਬਣਾ ਕੇ, ਨਕਲ ਨੂੰ ਅਸਲ ਬਣਾ ਕੇ ਪੇਸ਼ ਕਰਨ ਲਈ ਉਹਨੂੰ ਫਰੇਮ ਕਰ ਦਿੱਤਾ ਸੀਗਾ। ਨਾਓ ਹੀ ਵਾਜ਼ ਫਿਲਡ ਵਿਦ ਸਸਪੈਂਸ ਐਂਡ ਐਂਗਜ਼ਾਈਟੀ, ਤੇ ਹੁਣ ਉਹਦੇ ਮਨ ਵਿੱਚ ਇੱਕ ਸ਼ਸ਼ੋਪੰਜ ਵੀ ਸੀ ਤੇ ਚਿੰਤਾ ਵੀ ਸੀ, ਦੈਟ ਦੀ ਕਸਟਮਰ ਵੁੱਡ ਅਪੀਅਰ ਸਡਨਲੀ, ਔਰ ਚਿੰਤਾ ਕੀ ਸੀ ਵੀ ਕਿਤੇ ਅਚਾਨਕ ਜਿਹੜੇ ਕਸਟਮਰ ਜਿਹੜਾ ਹੈ ਉਹ ਉਹਨੂੰ ਬੇਧਿਆਨੇ ਆ ਨਾ ਜਾਵੇ, ਅਪੀਅਰ ਸਡਨਲੀ, ਅਚਾਨਕ ਆ ਨਾ ਜਾਵੇ, ਕਿਤੇ ਪ੍ਰਗਟ ਨਾ ਹੋ ਜਾਵੇ। ਮੇਕਿੰਗ ਹਿਮ ਰੂਇਨ ਹਿਜ਼ ਵੈਲ ਥਾਊਟ ਆਊਟ ਪਲਾਨ, ਤੇ ਜਿਹੜੇ ਬੌਂਦਲ ਕੇ ਮੂੰਹ ਚੋਂ ਫਿਰ ਕੋਈ ਉਹ ਘਬਰਾ ਜਾਏ ਤੇ ਜਿਹੜੀ ਉਹ ਐਸੀ ਬੁੜਬੁੜ ਕਰੇ ਕਿ ਉਹਦਾ ਜਿਹੜਾ ਹੈ ਉਹਨੇ ਪਲੈਨਿੰਗ ਕੀਤੀ ਸੀਗੀ
ਪਲੈਨਿੰਗਕਾਰੀ ਕੀਤੀ ਸੀ ਕਿ ਉਹਨੇ ਨਕਲ ਨੂੰ ਅਸਲ ਬਣਾ ਕੇ ਪੇਸ਼ ਕੀਤਾ, ਉਹ ਜਿਹੜਾ ਉਹਦਾ ਪਰਦਾਫਾਸ਼ ਨਾ ਹੋ ਜਾਵੇ। ਇਸ ਕਰਕੇ ਉਹ ਸ਼ਸ਼ੋਪੰਜ ਵਿੱਚ ਸੀ ਤੇ ਉਹ ਚਿੰਤਾ ਵਿੱਚ ਸੀ। ਹੁਣ ਇਹਨੂੰ ਇਸ ਤਰ੍ਹਾਂ ਵੀ ਬੱਚੇ ਛੋਟਾ ਕਰਕੇ ਲਿਖ ਸਕਦੇ ਹਾਂ, ਦੀ ਡੇਜ਼ ਦੈਟ ਫੋਲੋਡ ਵਰ ਫਿਲਡ ਵਿਦ ਸਸਪੈਂਸ ਐਂਡ ਐਂਗਜ਼ਾਇਟੀ ਬਿਕੋਜ਼ ਦੱਤਾ ਵਾਜ਼ ਅਫਰੇਡ, ਕਿਉਂਕਿ ਦੱਤਾ ਨੂੰ ਇਸ ਗੱਲ ਦਾ ਡਰ ਸੀ ਦੈਟ ਦੀ ਕਸਟਮਰ ਵੁੱਡ ਕਮ ਐਨੀ ਟਾਈਮ, ਕਿ ਕਸਟਮਰ ਕਿਸੇ ਵੇਲੇ ਵੀ ਆ ਜਾਏਗਾ, ਮਤਲਬ ਬਿਨਾਂ ਦੱਸੇ ਆ ਜਾਏਗਾ। ਐਂਡ ਹੀ ਵੁੱਡ ਬੌਚ ਅਪ ਹਿਸ ਪਲਾਟ ਹੁੰਦਾ ਬੱਚੋ ਸਾਜ਼ਿਸ਼, ਜਾਂ ਜਿਹੜੀ ਉਹਨੇ ਵਿਉਂਤਬੰਦੀ ਕੀਤੀ ਸੀ। ਵਿਉਂਤਬੰਦੀ ਕਿਹੜੀ ਸੀ? ਪੁਰਾਣੀ ਕਿਸੇ ਹੋਰ ਬੰਦੇ ਦੀ ਫੋਟੋ ਲੈ ਕੇ ਉਹਦੇ ਦਾਦੇ ਦੀ ਫੋਟੋ ਬਣਾ ਕੇ ਉਹਨੂੰ ਜੜ ਦਿੱਤਾ ਸੀਗਾ। ਸੋ ਬੌਚਅਪ ਹੁੰਦਾ ਬੱਚਿਓ ਕੰਮ ਵਿਗਾੜ ਦੇਣਾ। ਸੋ ਉਹਨੇ ਜਿਹੜਾ ਇਹ ਪਲਾਟ, ਜਿਹੜਾ ਉਹਨੇ ਇਹ ਵਿਉਂਤਬੰਦੀ ਕੀਤੀ ਸੀਗੀ, ਉਹ ਜਿਹੜੇ ਚਾਣਚੱਕ ਆ ਜਾਏਗਾ ਤੇ ਉਹਨੂੰ ਲੱਗਦਾ ਸੀ ਕਿ ਉਹ ਘਬਰਾ ਕੇ ਉਹ ਬੌਂਦਲ ਜਾਏਗਾ ਤੇ ਮੂੰਹ 'ਚ ਕੁਝ ਐਸਾ ਬੋਲ ਦੇਗਾ ਜਿਹਦੇ ਨਾਲ ਉਹਦੀ ਜਿਹੜੀ ਉਹਨੇ ਹੇਰਾਫੇਰੀ ਕੀਤੀ ਹੈ ਉਹ ਸਾਰੀ ਕਿਤੇ ਉਹਦਾ ਪਰਦਾਫਾਸ਼ ਨਾ ਹੋ ਜਾਏ। ਬੌਚਅਪ ਹੁੰਦਾ ਬੱਚਿਓ, ਤੁਹਾਡੀ ਕਿਤਾਬ ਜਿਹੜਾ ਸ਼ਬਦ ਲਿਖਿਆ ਬੰਗਲ, ਸੋ ਬੌਚਅਪ ਦੀ ਜਗ੍ਹਾ ਬੰਗਲ ਵੀ ਲਿਖ ਸਕਦੇ ਹੋ। ਮੈਂ ਜਾਣ ਕੇ ਬੌਚਅਪ ਲਿਖਿਆ ਹੈ, ਜਾਣ ਕੇ ਇੱਥੇ ਰੁਇਨ ਲਿਖਿਆ ਹੈ ਤਾਂ ਕਿ ਤੁਹਾਡੇ ਸ਼ਬਦਾਂ ਦੇ ਭੰਡਾਰ ਦੇ ਵਿੱਚ ਵਾਧਾ ਹੋਵੇ। ਸੋ ਬੰਗਲ ਮੈਨੇ ਵੀ ਰੁਇਨ ਹੁੰਦਾ ਹੈ ਤੇ ਬੰਗਲ ਮੈਨੇ ਬੌਚਅਪ ਵੀ ਹੁੰਦਾ ਹੈ। ਇੱਥੇ ਰੁਇਨ ਵਰਤਿਆ, ਇੱਥੇ ਬੌਚਅਪ ਵਰਤਿਆ, ਕਿਤਾਬ ਦੇ ਵਿੱਚ ਸ਼ਬਦ ਹੈਗਾ ਬੰਗਲ। ਠੀਕ ਹੈ, ਸੋ ਇਹ ਗੱਲ ਵਧੀਆ ਹੈ ਕਿ ਇਹਦੇ ਨਾਲ ਤੁਹਾਡੇ ਸ਼ਬਦਾਂ ਦੇ ਭੰਡਾਰ ਵਿੱਚ ਵਾਧਾ ਹੋਏਗਾ। ਆਓ ਅਗਲੀ ਸਵਾਲ ਦੇਖੀਏ। ਆਖਰੀ ਦੋ ਕੁਐਸਚਨ ਆ ਗਏ। ਵਟ ਇਫੈਕਟ ਡਿਡ ਦੀ ਪਿਕਚਰ ਹੈਵ ਔਨ ਦੀ ਕਸਟਮਰ, ਅਰਥਾਤ ਪਿਕਚਰ ਨੇ ਕਸਟਮਰ ਦੇ ਉੱਤੇ ਕੀ ਪ੍ਰਭਾਵ ਪਾਇਆ। ਜਦੋਂ ਉਹਨੇ ਮਤਲਬ ਕਿ ਲੈਣ ਆਇਆ ਤਾਂ ਉਹਨੇ ਫੋਟੋ ਦੇਖੀ ਖੋਲ ਕੇ, ਮਤਲਬ ਕਿ ਉਹ ਰੈਪਰ ਵਿੱਚੋਂ ਖੋਲੀ ਤੇ ਆਪਣੇ ਦਾਦੇ ਦੀ ਫੋਟੋ ਦੇਖੀ। ਸੋ ਜਵਾਬ ਹੈ ਦੀ ਕਸਟਮਰ ਸੀਮਡ ਵਿਜ਼ੀਬਲੀ ਸਟਰਕ, ਵਿਜ਼ੀਬਲੀ ਮਤਲਬ ਦੇਖਦੇ ਹੀ ਉਹਨੂੰ ਲੱਗਿਆ ਵੀ ਅਤੇ ਇੱਕਦਮ ਉਹ ਜਿੱਦਾਂ ਸੁੰਨਮਨ ਹੋ ਗਿਆ। ਸਟਰਕ ਮੈਨੇ ਜਿੱਦਾਂ ਬੰਦੇ ਨੂੰ ਕੋਈ ਦਾ ਝਟਕਾ ਲੱਗੇ। ਦੀ ਕਸਟਮਰ ਸੀਮਡ ਵਿਜ਼ੀਬਲੀ ਸਟਰਕ ਬਾਈ ਦੀ ਸਪਲੈਂਡਰ, ਤੇ ਚੰਗਾ ਸ਼ੌਕ, ਮਤਲਬ ਕਿ ਉਹਨੂੰ ਕੋਈ ਗੁੱਸਾ ਨਹੀਂ ਆਇਆ। ਸ਼ੁਰੂ ਚ ਦੇਖਿਆ ਤੇ ਵਿਜ਼ੀਬਲੀ ਸਟਰਕ ਬਾਈ ਦੀ ਸਪਲੈਂਡਰ, ਸਪਲੈਂਡਰ ਤੁਹਾਡੀ ਕਿਤਾਬ ਜਿਹੜਾ ਸ਼ਬਦ ਵਰਤਿਆ ਉਹ ਵਰਤਿਆ ਗ੍ਰੈਂਜੀਅਰ। ਗ੍ਰੈਂਜੀਅਰ ਮੈਨੇ ਸ਼ਾਨ, ਮਹਾਨਤਾ। ਉਹਦੀ ਪਿਕਚਰ ਦੀ ਜਿਹੜੀ ਸ਼ਾਨ ਸੀ ਉਹ ਦੇਖ ਕੇ ਇੱਕਦਮ ਉਹ ਹੱਕਾ ਬੱਕਾ ਰਹਿ ਗਿਆ। ਵਿਜ਼ੀਬਲੀ ਸਟਰਕ ਮੈਨੇ ਹੱਕਾ ਬੱਕਾ ਰਹਿ ਗਿਆ। ਐਂਡ ਬਿਕੇਮ ਕੁਆਇਟ, ਤੇ ਇੱਕਦਮ, ਕਿਉਂਕਿ ਉਸ ਤੋਂ ਪਹਿਲੇ ਉਹ ਲਗਾਤਾਰ ਬੋਲੀ ਜਾ ਰਿਹਾ ਸੀਗਾ, ਬਿਕੇਮ ਕੁਆਇਟ ਤੇ ਇੱਕਦਮ ਚੁੱਪ ਹੋ ਗਿਆ। ਲਾਈਕ ਅ ਸਪਲੀਕੈਂਟ। ਹੁਣ ਬੱਚੋ ਸਪਲੀਕੈਂਟ ਕੀ ਹੁੰਦਾ ਹੈ? ਇਹ ਸ਼ਬਦ ਤੁਹਾਡੀ ਕਿਤਾਬ 'ਚ ਨਹੀਂ ਆਇਆ। ਸਪਲੀਕੈਂਟ ਹੁੰਦਾ ਬੰਦਾ ਇੱਕ ਅਰਦਾਸ ਕਰਦਾ ਹੋਇਆ ਬੰਦਾ, ਜੋ ਬੰਦਾ ਕਿਸੇ ਅੱਗੇ ਹੱਥ ਜੋੜੀ ਕੋਈ ਰਿਕੁਐਸਟ ਲੈ ਕੇ, ਬੇਨਤੀ ਲੈ ਕੇ ਆਇਆ। ਕਿਉਂਕਿ ਉਹ 'ਚ ਲਿਖਿਆ ਨਾ ਹੀ ਬਿਕੇਮ ਕੁਆਇਟ ਐਜ਼ ਇਫ ਹੀ ਹੈਡ ਐਂਟਰਡ ਅ ਟੈਂਪਲ, ਮਤਲਬ ਕਿਸੇ ਮੰਦਰ ਵਿੱਚ ਜਾ ਕੇ ਬੰਦਾ ਕਿਤੇ ਚੁੱਪ ਹੋ ਜਾਂਦਾ ਕਿਸੇ ਪਵਿੱਤਰ ਥਾਂ ਤੇ ਜਾ ਕੇ। ਸੋ ਇੱਦਾਂ ਚੁੱਪ ਹੋ ਗਿਆ ਜਿੱਦਾਂ ਕਿ ਉਹ ਬੰਦਾ ਕਿਸੇ ਬੰਧਨਾਂ ਦੇ ਵਿੱਚ, ਕਿਸੇ ਅਰਦਾਸ ਦੇ ਵਿੱਚ ਖੜਾ ਹੈ। ਸੋ ਇਹ ਅਸਰ ਉੱਤੇ ਹੋਇਆ। ਇੱਕ ਤੇ ਉਹ ਇੱਕੋਦਮ ਬਿਲਕੁਲ ਵਿਜ਼ੀਬਲੀ ਸਟਰਕ ਬਣੇ, ਮਤਲਬ ਕਿ ਉਹ ਇੱਕੋਦਮ ਹੱਕਾ ਬੱਕਾ ਰਹਿ ਗਿਆ ਪਿਕਚਰ ਦੀ ਸ਼ਾਨ ਦੇਖ ਕੇ, ਤੇ ਫਿਰ ਬਿਲਕੁਲ ਚੁੱਪ ਹੋ ਗਿਆ। ਜੋ ਪਹਿਲੇ ਇਸ ਤੋਂ ਪਹਿਲੇ ਲਗਾਤਾਰ ਉਹ ਬੋਲੀ ਜਾ ਰਿਹਾ ਸੀ, ਹਾਲਾਂਕਿ ਉਹ ਸਿਫਤਾਂ ਕਰ ਰਿਹਾ ਸੀ, ਦੱਤਾ ਦੀਆਂ ਸਿਫਤਾਂ ਕਰ ਰਿਹਾ ਸੀਗਾ ਤੇ ਉਹ ਫੋਟੋ ਦੇਖਣ ਲਈ ਬੜਾ ਕਾਲਾ ਸੀ। ਸੋ ਇਹ ਹੋਇਆ ਅਸਰ ਉੱਤੇ। ਆਖਰੀ ਕੁਐਸਚਨ, ਵਟ ਵਾਜ਼ ਕਸਟਮਰਸ ਕੰਪਲੇਂਟ ਰਿਗਾਰਡਿੰਗ ਦੀ ਫਰੇਮ। ਕਹਿੰਦੇ ਜਿਹੜਾ ਕਸਟਮਰ ਸੀਗਾ ਉਹਦੀ ਫਰੇਮ ਦੇ ਬਾਰੇ ਕੀ ਸ਼ਿਕਾਇਤ ਸੀ। So the customer's complaint was that Datta had fixed the photograph in a square frame instead of an oval one requested by him. Customer ਦੀ ਕੰਪਲੇਂਟ ਇਹ ਸੀ ਕਿ ਦੱਤਾ ਨੇ ਜਿਹੜੀ ਫੋਟੋ ਸੀਗੀ ਉਹ ਚਕੋਰ ਫਰੇਮ ਦੇ ਵਿੱਚ ਜੜ ਦਿੱਤੀ ਸੀਗੀ, ਬਜਾਏ ਇਸਦੇ ਕਿ ਜਿਹੜਾ ਲੰਬੂਤਰਾ ਹੁੰਦਾ ਅੰਡਾਕਾਰ, ਜਿੱਦਾਂ ਲੰਬੇ ਦਾਣਾ ਹੁੰਦਾ ਲੰਬੂਤਰਾ, ਜਿੱਦਾਂ ਆਪਣਾ ਕਹਿ ਲਓ ਓਵਲ ਹੁੰਦਾ, ਓਵਲ ਜਿਹੜਾ ਅੰਡੇ ਦੀ ਸ਼ੇਪ ਹੁੰਦੀ ਹੈ, ਅੰਡੇ ਦੀ ਸ਼ੇਪ ਹੁੰਦੀ ਹੈ, ਜਿਹਨੂੰ ਅਸੀਂ ਲੰਬੂਤਰਾ ਕਹਿ ਦਿੰਦੇ ਹਾਂ। ਵਨ ਰਿਕੁਐਸਟਡ ਬਾਈ ਹਿਮ, ਕਹਿੰਦਾ ਉਹਨੇ ਤੇ ਆਰਡਰ ਦਿੱਤਾ ਸੀ, ਉਹਨੇ ਉਹਨੂੰ ਰਿਕੁਐਸਟ ਕੀਤੀ ਸੀ ਕਿ ਇਹ ਫੋਟੋ ਨੂੰ ਓਵਲ ਲੰਬੂਤਰੇ ਦੀ ਸ਼ੇਪ ਦੇ ਵਿੱਚ, ਲੰਬੂਤਰੇ ਦੇ ਆਕਾਰ ਦੇ ਵਿੱਚ ਫਰੇਮ ਵਿੱਚ ਜੜਨਾ ਹੈ, ਤੇ ਉਹਨੇ ਉਹਨੂੰ ਸਕੁਅਰ ਫਰੇਮ ਦੇ ਵਿੱਚ, ਚਕੋਰ ਵਰਗਾਕਾਰ ਫਰੇਮ ਦੇ ਵਿੱਚ ਉਹਨੇ ਉਹਨੂੰ ਫੋਟੋ ਨੂੰ ਜੜ ਦਿੱਤਾ ਸੀ। ਇਹ ਸੀ ਉਹਦੀ ਸ਼ਿਕਾਇਤ। ਸੋ ਬੱਚਿਓ ਹਾਸੇ ਵਾਲੀ ਗੱਲ ਹੈ, ਉਹ ਜਿਹੜਾ ਦੱਤਾ ਸੀਗਾ ਉਹ ਵਿਚਾਰਾ ਇਸ ਗੱਲ 'ਚ ਛੱਛੋ-ਪੰਜੇ ਵਿੱਚ ਸੀਗਾ, ਇਸ ਗੱਲ ਦਾ ਘਬਰਾਇਆ ਹੋਇਆ ਸੀ, ਚਿੰਤਾ ਵਿੱਚ ਸੀਗਾ ਕਿ ਕਿਤੇ ਫੋਟੋ ਦੇਖ ਕੇ ਜਿਹੜਾ ਕਸਟਮਰ ਹੈਗਾ ਉਹ ਇਹ ਨਾ ਕਹਿ ਦੇਵੇ ਵੀ ਇਹ ਫੋਟੋ ਕਿਹੜੀ ਤੂੰ ਜੜ ਦਿੱਤੀ ਹੈ, ਮੇਰੇ ਦਾਦੇ ਦੀ ਫੋਟੋ ਹੈ ਹੀ ਨਹੀਂ। ਤੇ ਉਹਨੇ ਦਾਦੇ ਦੀ ਫੋਟੋ ਦੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ, ਤੇ ਉਹ ਜਿਹਦੇ ਬਾਰੇ ਉਹ ਇੰਨੀ ਫਿਕਰ ਕਰਦਾ ਰਿਹਾ, ਉਹ ਇੰਨਾ ਪਰੇਸ਼ਾਨ ਰਿਹਾ, ਤੇ ਉਹਨੇ ਇੰਨੀ ਜੁਗਤੀਆਂ ਕੀਤੀਆਂ, ਤੇ ਆਖਿਰਕਾਰ ਉਹਨੇ ਜੇ ਸ਼ਿਕਾਇਤ ਕੀਤੀ ਵੀ ਤੇ ਕਿਤੇ ਕੀਤੀ ਵੀ ਜਿਹੜਾ ਤੂੰ ਫਰੇਮ ਜੜਿਆ ਹੈ ਇਹ ਤੂੰ ਵਰਗਾਕਾਰ ਜੜ ਦਿੱਤਾ ਹੈ, ਤੇ ਮੈਂ ਤੈਨੂੰ ਲੰਬੂਤਰੇ ਦੇ ਆਕਾਰ ਦਾ ਫਰੇਮ ਵਿੱਚ ਜੜਨ ਲਈ ਕਿਹਾ ਸੀ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਸੈਕਸ਼ਨ 1 ਦੇ ਸ਼ਾਰਟ ਆਨਸਰ ਦੇ ਕੁਐਸਚਨਸ 15 ਕੁਐਸਚਨਸ, ਲੌਂਗ ਆਨਸਰ ਦੇ ਕੁਐਸਚਨਸ ਅਸੀਂ ਅਗਲੀ ਵੀਡੀਓ ਵਿੱਚ ਕਰਾਂਗੇ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।